ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ 6ਵੀਂ ਪੌੜੀ ਸ਼ੁਰੂ ਹੁੰਦੀ ਹੈ। ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਪਾਣੇ ਕੇ ਨਾਈ ਕਰੀ। ਅਸੀਂ ਜਿੰਨੇ ਵੀ ਧਾਰਮਿਕ ਕੰਮ ਕਰਨੇ ਆ ਉਹਦੇ ਵਿੱਚੋਂ ਧਾਰਮਿਕ ਇੱਕ ਮੇਨ ਸਾਧਨ ਜਿਹੜਾ ਹੈ ਪ੍ਰਾਚੀਨ ਸਮੇਂ ਤੋਂ ਇਹ ਹੈ ਕਿ ਤੀਰਥਾਂ ਦਾ ਰਟਨ। ਤੀਰਥ ਦਾ ਆਖਰੀ ਅਰਥ ਕੀ ਹੈ, ਮਤਲਬ ਕੀ ਹੈ? ਭਵ ਸਾਗਰ ਤੋਂ ਪਾਰ ਹੋਣ ਦਾ ਜੋ ਵਸੀਲਾ ਜਿਸ ਥਾਂ 'ਤੇ ਮਿਲੇ, ਜਿੱਥੇ ਪ੍ਰਭੂ ਚਿੰਤਨ ਜਾਗ ਸਕੇ, ਹਿਰਦਿਆ ਪਵਿੱਤਰ ਹੋ ਸਕੇ, ਜਿੱਥੇ ਦੇਵੀ ਗੁਣ ਦੀ ਸੰਪਦਾ ਅੰਤਰ ਆਤਮੇ ਵਿੱਚੋਂ ਪ੍ਰਾਪਤ ਹੋ ਸਕੇ, ਉਹ ਜਗ੍ਹਾ ਤੀਰਥ ਕਹਿਲਾਂਦੀ ਹੈ। ਕਿਉਂਕਿ ਜਿਵੇਂ ਹੀ ਗੁਣ ਸਾਡੇ ਅੰਦਰ ਜਾਗਦੇ ਹਨ, ਜਨਮ ਜਨਮਾਂਤਰਾਂ ਦੀ ਮੈਲ ਧੁੱਲ ਜਾਂਦੀ ਹੈ। ਮੈਲ ਧੋਣ ਵਾਸਤੇ ਤੇ ਜਲ ਚਾਹੀਦਾ ਹੈ, ਜਿਵੇਂ ਇਸ਼ਨਾਨ ਵੀ ਅਸੀਂ ਜਲ ਨਾਲ ਹੀ ਕਰਨੇ ਹਾਂ। ਇਸ ਕਰਕੇ ਜਨਮਾਂ ਜਨਮਾਂਤਰਾਂ ਦੀ ਜੋ ਮੈਲ ਹੈ ਉਸ ਨੂੰ ਵੀ ਧੋਣ ਵਾਸਤੇ ਜਲ ਹੀ ਇਹਨੂੰ ਕਹਿ ਦਈਦਾ ਹੈ। ਹੁਣ ਤੀਰਥਾਂ ਦੇ ਜਲ ਨੂੰ ਇੰਨਾ ਮਹਾਨ ਕਿਉਂ ਮੰਨ ਲਿਆ ਗਿਆ? ਧਰਤੀ ਉੱਤੇ ਅਨੇਕਾਂ ਇਸ ਤਰ੍ਹਾਂ ਦੇ ਤੀਰਥ ਹਨ, ਤੱਟ ਹਨ, ਕਿਨਾਰੇ ਹਨ, ਜਿੱਥੇ ਬੈਠ ਕੇ ਕਿਸੇ ਵਕਤ ਸੰਤ ਜਨਾਂ ਨੇ ਜਪ ਕੀਤਾ ਸੀ, ਤਪ ਕੀਤਾ ਸੀ, ਪ੍ਰਭੂ ਦੀ ਧੁਨ ਉਹਨਾਂ ਨੇ ਉਚਾਰਨ ਕੀਤੀ ਸੀ। ਤੇ ਇਹ ਖਿਆਲ ਬਣਿਆ ਹੋਇਆ ਹੈ ਉਹ ਬਹੁਤ ਵਕਤ ਤੋਂ ਕਿ ਜਿਹੜੀ ਧੁਨ ਆਪਾਂ ਉਚਾਰਨ ਕਰਦੇ ਨੇ ਸੰਤ ਮਹਾਤਮਾ ਜਦੋਂ ਰੱਬ ਦਾ ਨਾਮ ਲੈਂਦੇ ਨੇ, ਉਹ ਸੱਤਿਆ ਪਾਣੀ ਆਪਣੇ ਵਿੱਚ ਆਤਮਸਾਧ ਕਰ ਲੈਂਦਾ ਹੈ ਔਰ ਮਿੱਟੀ ਵੀ ਆਤਮਸਾਧ ਕਰ ਲੈਂਦੀ ਹੈ। ਜਪ ਦਾ ਜ਼ਿਆਦਾ ਪ੍ਰਭਾਵ ਕੋਲ ਪਏ ਹੋਏ ਪਾਣੀ 'ਤੇ ਪੈਂਦਾ ਹੈ, ਚਾਹੇ ਉਹ ਪਾਣੀ ਨਦੀ ਦਾ ਹੋਵੇ, ਸਰੋਵਰ ਦਾ ਹੋਵੇ, ਚਾਹੇ ਬਰਤਨ ਵਿੱਚ ਪਿਆ ਹੋਵੇ। ਪੰਜ ਪਿਆਰੇ ਜਦ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਤੇ ਉਹ ਪਾਣੀ ਅੰਮ੍ਰਿਤ ਬਣ ਜਾਂਦਾ ਹੈ, ਜਿਹੜਾ ਉਹਨਾਂ ਬਰਤਨ ਵਿੱਚ ਰੱਖਿਆ ਹੁੰਦਾ ਹੈ। ਉਹ ਪਾਣੀ ਬਾਣੀ ਨੂੰ ਆਪਣੇ ਆਪ ਦੇ ਵਿੱਚ ਆਤਮਸਾਤ ਕਰ ਲੈਂਦਾ ਹੈ, ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਸ਼ਬਦ ਦੀਆਂ ਤਰੰਗਾਂ ਨੂੰ ਪਾਣੀ ਆਪਣੇ ਵਿੱਚ ਆਤਮਸਾਤ ਕਰਨ ਦੀ ਪੂਰਨ ਤੌਰ 'ਤੇ ਸਮਰੱਥਾ ਰੱਖਦਾ ਹੈ। ਇਸ ਤਰ੍ਹਾਂ ਦੇ ਜਲ ਨੂੰ ਅੰਮ੍ਰਿਤ ਆਖਿਆ ਗਿਆ ਹੈ। ਜਿਨ੍ਹਾਂ ਨਦੀਆਂ ਦੇ ਤੱਟ 'ਤੇ ਰਿਸ਼ੀ ਮੁਨੀਆਂ ਨੇ, ਸੰਤ ਜਨਾਂ ਨੇ ਬਹੁਤ ਜਪ ਕੀਤਾ ਹੈ, ਪ੍ਰਭੂ ਨਾਮ ਦੀ ਗੁੰਜਾਰ ਜ਼ਿਆਦਾ ਉਚਾਰਨ ਕੀਤੀ ਹੈ, ਉਹ ਨਦੀਆਂ ਅੱਜ ਤੱਕ ਵੀ ਪੂਜਨੀਕ ਗਿਣੀਆਂ ਗਈਆਂ ਨੇ। ਦੂਸਰਾ ਪ੍ਰਭਾਵ ਮਿੱਟੀ 'ਤੇ ਵੀ ਪੈਂਦਾ ਹੈ। ਇਸ ਵਾਸਤੇ ਆਦਿ ਕਾਲ ਤੋਂ ਸੰਤ ਪੁਰਸ਼ਾਂ ਦੇ ਚਰਨਾਂ ਦੀ ਖਾਕ ਮਸਤਕ 'ਤੇ ਲੋਕ ਲਾਉਂਦੇ ਰਹੇ ਨੇ ਤੇ ਸੁੱਖ ਆਨੰਦ ਹਾਸਲ ਕਰਦੇ ਰਹੇ ਨੇ। ਗੁਰੂ ਅਰਜਨ ਸਾਹਿਬ ਦਾ ਵੀ ਫਰਮਾਨ ਹੈ, ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ। ਜਪਿਆ ਹੋਇਆ ਨਾਮ ਮਿੱਟੀ ਜਾਂ ਖਾਕ ਵੀ ਆਤਮਸਾਤ ਕਰ ਲੈਂਦੀ ਹੈ। ਹਾਫਿਜ਼ ਦਾ ਵੀ ਤੇ ਇਹੀ ਕਹਿਣਾ ਹੈ ਕਿ ਜੇ ਆਦਿ ਤੋਂ ਲੈ ਕੇ ਅੰਤ ਤੱਕ ਵੇਖਣਾ ਚਾਹੁੰਦਾ ਹੈ ਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਖਾਕ ਦਾ ਸੁਰਮਾ ਬਣਾ, ਆਪਣੇ ਮਸਤਕ 'ਤੇ ਲਾ, ਆਪਣੀ ਅੱਖਾਂ ਵਿੱਚ ਲਾ। ਖਾਕ ਜਾਂ ਮਿੱਟੀ ਐਸਾ ਅਕਸੀਰ ਸੁਰਮਾ ਬਣ ਜਾਂਦੀ ਹੈ ਜਿਸ ਦੇ ਨਾਲ ਲੋਕ ਦੀ ਸੱਚਾਈ ਤੇ ਪਰਲੋਕ ਦੀ ਗਹਿਰਾਈ ਦਿਖਾਈ ਦੇਣ ਲੱਗ ਜਾਂਦੀ ਹੈ। ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਸ ਪੌੜੀ ਵਿੱਚ ਫਰਮਾਨ ਕੀ ਹੈ ਕਿ ਹੇ ਅਕਾਲ ਪੁਰਖ ਪਰਮਾਤਮਾ, ਧਰਮ ਦੀ ਸਾਰੀ ਸਾਧਨਾ ਇਸ ਵਾਸਤੇ ਹੈ ਕਿ ਤੈਨੂੰ ਅਸੀਂ ਭਾ ਜਾਈਏ, ਪਿਆਰੇ ਲੱਗੀਏ, ਤੇ ਮੈਂ ਤੀਰਥਾਂ ਦਾ ਇਸ਼ਨਾਨ ਤਾਂ ਹੀ ਕਰਾਂ ਜੇ ਤੈਨੂੰ ਭਾ ਜਾਵਾਂ। ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਪਾਣੇ ਕੇ ਨਾਈ ਕਰੀ। ਮੈਂ ਇਸ਼ਨਾਨ ਕਰਾਂ, ਤੈਨੂੰ ਚੰਗਾ ਨਾ ਲੱਗੇ, ਭਾਵਾਂ ਹੀ ਨਾ, ਤੇ ਐਸੇ ਇਸ਼ਨਾਨ ਤੇ ਵਿਅਰਥ ਚਲਾ ਗਿਆ, ਤੀਰਥਾਂ ਦਾ ਰਟਨ ਵਿਅਰਥ ਚਲਾ ਗਿਆ। ਅੱਗੇ ਫਰਮਾਉਂਦੇ ਨੇ, ਜੇਤੀ ਸਿਰਠ ਉਪਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ। ਜਿੱਥੇ ਤੱਕ ਮੈਂ ਸ੍ਰਿਸ਼ਟੀ ਨੂੰ ਵੇਖਦਾ ਹਾਂ, ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ, ਇਹਦੇ ਵਿੱਚ ਸੰਪਦਾ ਹੈ, ਮਾਲ ਖਜ਼ਾਨੇ ਨੇ, ਦੇ ਨਾਲ ਇਹ ਸ੍ਰਿਸ਼ਟੀ ਭਰੀ ਹੋਈ ਹੈ, ਪਰ ਕਰਮਾਂ ਤੋਂ ਬਿਨਾਂ ਕੁਛ ਵੀ ਪ੍ਰਾਪਤ ਨਹੀਂ ਹੁੰਦਾ।
ਬਸ ਕਰਮਾਂ ਦਾ ਮਟਕਾ ਜਿੰਨਾ ਹੋਵੇ, ਸੰਸਾਰ ਦੇ ਪਦਾਰਥਾਂ ਦੇ ਜਲ ਵਿੱਚੋਂ ਉਤਨਾ ਹੀ ਜਲ ਪ੍ਰਾਪਤ ਹੁੰਦਾ ਹੈ। ਆਪਣੀ ਕਰਮਾਂ ਦੀ ਮਟਕੀ ਵੱਡੀ ਕਰ ਲਈ ਹੈ, ਜ਼ਿਆਦਾ ਪ੍ਰਾਪਤ ਹੋ ਜਾਂਦਾ ਹੈ। ਜਗਤ ਦੇ ਪਦਾਰਥਾਂ ਦਾ ਸਾਗਰ ਹੈ। ਅਨੰਤ ਪਦਾਰਥ ਨੇ, ਜੀਵਨ ਮੁੱਕ ਜਾਂਦਾ ਹੈ, ਪਦਾਰਥ ਨਹੀਂ ਮੁੱਕਦੇ। ਜ਼ਿੰਦਗੀ ਖਤਮ ਹੋ ਜਾਂਦੀ ਹੈ, ਸੁੰਦਰਤਾ ਨਹੀਂ ਖਤਮ ਹੁੰਦੀ। ਜੀਵਨ ਦਾ ਅੰਤ ਹੋ ਜਾਂਦਾ ਹੈ, ਧਨ ਸੰਪਦਾ ਦਾ ਅੰਤ ਨਹੀਂ ਹੁੰਦਾ। ਜਗਤ ਵਿੱਚ ਬਹੁਤ ਕੁਝ ਹੈ, ਲੇਕਿਨ ਕਰਮਾਂ ਦਾ ਮਟਕਾ ਝੋਲੀ ਜਿਤਨੀ ਹੋਵੇ, ਵਸਤੂ ਤਾਂ ਉਤਨੀ ਹੀ ਪ੍ਰਾਪਤ ਹੁੰਦੀ ਹੈ, ਬਿਨ ਕਰਮਾਂ ਕੇ ਮਿਲੇ ਲਈ। ਅੱਗੇ ਕਹਿੰਦੇ ਨੇ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਪਾਤਸ਼ਾਹ ਇੱਥੇ ਬੜੀ ਬੁਨਿਆਦੀ ਗੱਲ ਕਰਦੇ ਨੇ। ਜਿਵੇਂ ਸ੍ਰਿਸ਼ਟੀ ਵਿੱਚ ਬਹੁਤ ਕੁਝ ਹੈ, ਤਾਂ ਮਨੁੱਖ ਦੀ ਮਤ ਵਿੱਚ ਵੀ ਬਹੁਤ ਕੁਝ ਹੈ। ਮਨੁੱਖ ਨੇ ਅਜੇ ਬਾਹਰੋਂ ਹੀ ਖੋਜਿਆ ਹੈ। ਸਾਗਰ 'ਚੋਂ ਮੋਤੀ ਲੱਭੇ ਨੇ, ਪਹਾੜਾਂ 'ਚੋਂ ਚਾਂਦੀ ਸੋਨਾ ਹੀਰਾ ਲੱਭੇ ਨੇ, ਦਰਿਆਵਾਂ ਦੀ ਖਾਕ ਤੇ ਰੇਤੇ ਵਿੱਚੋਂ ਮਨੁੱਖ ਨੇ ਨੀਲਮ ਮੂੰਗੇ ਪੰਨੇ ਲੱਭੇ ਨੇ। ਜਿੱਥੇ ਸ੍ਰਿਸ਼ਟੀ ਤਰ੍ਹਾਂ ਤਰ੍ਹਾਂ ਦੇ ਰਤਨ ਜਵਾਹਰਾਤਾਂ ਨਾਲ ਭਰੀ ਪਈ ਹੈ, ਮਨੁੱਖ ਦੀ ਮਤ ਵੀ ਭਰੀ ਹੋਈ ਹੈ। ਮਨੁੱਖ ਦੇ ਮਨ ਵਿੱਚ ਬਹੁਤ ਕੁਝ ਹੈ, ਬੁੱਧੀ ਵਿੱਚ ਬਹੁਤ ਕੁਝ ਹੈ, ਪਰ ਖੋਜ ਅਜੇ ਬੇਰੂਨੀ ਹੈ, ਬਾਹਰੀ ਹੈ। ਅਜੇ ਬਾਹਰੋਂ ਖੋਜ ਕੇ ਅਜੇ ਮਨ ਥੱਕਿਆ ਨਹੀਂ ਹੈ, ਅਜੇ ਅੰਤਰ ਆਤਮੇ ਦੀ ਤਰਫ ਮੁੜਿਆ ਨਹੀਂ। ਇਹ ਗੱਲ ਤਾਂ ਸਪਸ਼ਟ ਹੈ ਕਿ ਮਨੁੱਖ ਕੁਝ ਖੋਜ ਰਿਹਾ ਹੈ। ਬੈਠਦਿਆਂ, ਉੱਠਦਿਆਂ, ਸੌਂਦਿਆਂ, ਚੱਲਦਿਆਂ, ਜਾਗਦਿਆਂ ਮਨੁੱਖ ਦੀ ਚੇਤਨਾ ਕੁਝ ਤਲਾਸ਼ ਕਰ ਰਹੀ ਹੈ, ਕੁਝ ਖੋਜ ਰਹੀ ਹੈ। ਕੁਝ ਸਿਆਣੇ ਤੇ ਕਹਿੰਦੇ ਨੇ, ਖੋਜ ਦਾ ਨਾਂ ਹੀ ਮਨੁੱਖ ਹੈ। ਵੈਸੇ ਤੇ ਬਾਕੀ ਜੀਵਨਾਂ ਦੇ ਵਿੱਚ ਵੀ ਖੋਜ ਹੈ, ਲੇਕਿਨ ਉਹ ਖੋਜ ਸਿਰਫ ਰਿਜ਼ਕ ਦੀ ਹੈ। ਪੰਛੀ ਵੀ ਸਵੇਰੇ ਸਵੇਰੇ ਉੱਠ ਕੇ ਕੁਝ ਨਾ ਕੁਝ ਤਲਾਸ਼ ਕਰਦੇ ਨੇ। ਉਹ ਉਡਾਰੀਆਂ ਮਾਰਦੇ ਨੇ ਤੇ ਦੂਰ ਦਰਾਜ ਤੱਕ ਜਾਂਦੇ ਨੇ, ਪਰ ਤਲਾਸ਼ ਕਰਦੇ ਨੇ ਸਿਰਫ ਰਿਜ਼ਕ ਦੀ। ਚੌਪਾਏ ਜਾਨਵਰ ਵੀ ਸਾਰੇ ਪਾਸੇ ਸਿਰਫ ਰਿਜ਼ਕ ਦੀ ਹੀ ਖੋਜ ਕਰਦੇ ਨੇ। ਮਨੁੱਖ ਦੀ ਮਹਾਨਤਾ ਆਪਣੇ ਆਪ ਵਿੱਚ ਬਹੁਤ ਵੱਡੀ ਹੈ। ਇਹਨੇ ਸਿਰਫ ਰਿਜ਼ਕ ਦੀ ਹੀ ਖੋਜ ਨਹੀਂ ਕੀਤੀ, ਰਾਜਕ ਰਹਿਣ ਦੀ ਵੀ ਖੋਜ ਕੀਤੀ ਹੈ, ਕਲਾ ਦੀ ਖੋਜ ਕੀਤੀ ਹੈ, ਗਿਆਨ ਦੀ ਖੋਜ ਕੀਤੀ ਹੈ, ਵਿਗਿਆਨ ਦੀ ਕੀਤੀ ਹੈ। ਜੀਵਨ ਦੇ ਬਹੁਤ ਪੱਖ ਮਨੁੱਖ ਨੇ ਖੋਜੇ ਨੇ। ਖੋਜ ਉਸ ਦਿਨ ਸੰਪੂਰਨ ਹੁੰਦੀ ਹੈ ਜਿਸ ਦਿਨ ਸੰਪੂਰਨ ਦੀ ਖੋਜ ਮਨੁੱਖ ਕਰ ਲੈਂਦਾ ਹੈ। ਉਸ ਤੋਂ ਪਹਿਲਾਂ ਖੋਜ ਅਧੂਰੀ ਹੈ, ਤੇ ਅਧੂਰੀ ਖੋਜ ਅਤ੍ਰਿਪਤੀ ਨੂੰ ਜਨਮ ਦਿੰਦੀ ਹੈ। ਇਸ ਵਾਸਤੇ ਮਨੁੱਖ ਬਹੁਤ ਕੁਝ ਖੋਜ ਲੈਂਦਾ ਹੈ, ਪਰ ਤ੍ਰਿਪਤ ਨਹੀਂ ਹੁੰਦਾ। ਭਾਵੇਂ ਪਹਾੜਾਂ ਵਿੱਚੋਂ ਇਹਨੇ ਹੀਰੇ ਖੋਜ ਲਏ ਨੇ, ਸਾਗਰ 'ਚੋਂ ਮੋਤੀ ਖੋਜ ਲਏ ਨੇ, ਦਰਿਆਵਾਂ ਦੀ ਖਾਕ 'ਚੋਂ ਤਰ੍ਹਾਂ ਤਰ੍ਹਾਂ ਦੇ ਜਵਾਹਰਾਤ ਖੋਜ ਲਏ ਨੇ, ਮਨੁੱਖ ਨੇ ਲੱਭ ਲਏ ਨੇ। ਧਰਤੀ ਵਿੱਚੋਂ ਬਹੁਤ ਕੁਝ ਤਲਾਸ਼ ਕਰ ਲਿਆ, ਲੇਕਿਨ ਮਨੁੱਖ ਦੇ ਜੀਵਨ ਰੂਪ ਧਰਤੀ ਵਿੱਚੋਂ ਬਹੁਤ ਕੁਝ ਹੈ, ਮਨ ਵਿੱਚ ਬਹੁਤ ਕੁਝ ਹੈ। ਮੇਰੇ ਪਾਤਸ਼ਾਹ ਫਰਮਾਨ ਕਰਦੇ ਨੇ, ਮਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕੁਝ ਔਜ਼ਾਰਾਂ ਤੇ ਬੈਰੂਨੀ ਸਾਧਨਾਂ ਨਾਲ ਮਨੁੱਖ ਪਹਾੜਾਂ ਦੀ ਖੁਦਾਈ ਕਰਦਾ ਹੈ ਤੇ ਉਹਦੇ 'ਚੋਂ ਤਰ੍ਹਾਂ ਤਰ੍ਹਾਂ ਦੀ ਚੀਜ਼ਾਂ ਲੱਭਦਾ ਹੈ, ਪਰ ਜੀਵਨ ਦੀ ਖੁਦਾਈ ਕਿਵੇਂ ਕਰੀਏ, ਜੀਵਨ ਵਿੱਚੋਂ ਇਹ ਰਤਨ ਕਿਵੇਂ ਲੱਭੀਏ? ਤੇ ਉੱਤਰ ਹੈ, ਜੇ ਇੱਕ ਗੁਰ ਕੀ ਸਿੱਖ ਸੁਣੀ। ਤੂੰ ਗੁਰੂ ਦੀ ਇੱਕ ਸਿੱਖਿਆ ਸੁਣ, ਤੂੰ ਗੁਰੂ ਦਾ ਸ਼ਬਦ ਸੁਣ, ਸੁਣਦਿਆਂ ਹੀ ਤੇਰੇ ਵਿੱਚੋਂ ਰਤਨ ਪ੍ਰਗਟ ਹੋਣਗੇ। ਗਿਆਨ ਦੇ ਰਤਨ, ਸਬਰ ਸੰਤੋਖ ਦੇ ਰਤਨ, ਖਿਮਾ ਨਿਰਵੈਰ ਭਾਵ ਦੇ ਰਤਨ, ਆਨੰਦ ਦੇ ਰਤਨ। ਔਰ ਇਸ ਤਰ੍ਹਾਂ ਤੈਨੂੰ ਪ੍ਰਤੀਤ ਹੋਵੇਗਾ ਕਿ ਤੇਰਾ ਜੀਵਨ, ਤੇਰੀ ਮਤ ਰਤਨਾਂ ਦੀ ਖਾਨ ਹੈ। ਜਿਤਨੀ ਗਹਿਰਾਈ ਵਿੱਚ ਖੋਜ ਕਰਦਾ ਜਾਏਗਾ, ਖੁਦਾਈ ਕਰਦਾ ਜਾਏਗਾ, ਰਤਨ ਪ੍ਰਾਪਤ ਹੁੰਦੇ ਜਾਣਗੇ, ਤੇਰੀ ਝੋਲੀ ਵਿੱਚ ਸੌਗਾਤ ਮਿਲਦੀ ਜਾਏਗੀ। ਬਾਹਰ ਦੀ ਸੰਪਦਾ ਨੂੰ ਤੇ ਮੁੱਲ ਦਿੱਤਾ ਹੈ, ਪਰ ਅੰਦਰ ਦੀ ਸੰਪਦਾ ਨੂੰ ਅਜੇ ਮੁੱਲ ਨਹੀਂ ਦਿੱਤਾ ਮਨੁੱਖ ਨੇ। ਮਨੁੱਖ ਨੇ ਅਜੇ ਉਹਨੂੰ ਮਹਾਨ ਨਹੀਂ ਮੰਨਿਆ। ਇਸ ਦਾ ਕਾਰਨ ਹੈ, ਅਜੇ ਇਸਨੇ ਉਸਦਾ ਰਸ ਨਹੀਂ ਮਾਣਿਆ। ਰਸ ਉਦੋਂ ਮਾਣ ਸਕਦਾ ਹੈ ਜਦੋਂ ਪ੍ਰਾਪਤ ਹੋਵੇ, ਪ੍ਰਾਪਤ ਕਰ ਸਕੇ, ਇਹ ਖੋਜ ਕਰ ਸਕੇ ਕਿ ਗੁਰੂ ਦੀ ਸਿੱਖਿਆ ਦੀ ਲੋੜ ਹੈ। ਭਗਤ ਪੀਪਾ ਜੀ ਕਹਿੰਦੇ ਨੇ, ਕਾਇਆ ਬਹੁਖੰਡ ਖੋਜਤੇ ਨੌ ਨਿਧ ਪਾਈ। ਉਹ ਕਹਿੰਦੇ ਨੇ, ਇਸ ਬਹੁਖੰਡੀ ਕਾਇਆ ਦੀ ਮੈਂ ਖੋਜ ਕੀਤੀ ਹੈ, ਤੇ ਖੋਜਣ ਦਾ ਇੱਕੋ ਢੰਗ ਹੈ, ਗੁਰੂ ਦਾ ਸ਼ਬਦ ਮਨੁੱਖ ਸੁਣੇ। ਜਿਤਨੀ ਗਹਿਰਾਈ ਔਰ ਧਿਆਨ ਨਾਲ ਸੁਣੇਗਾ, ਉਤਨੀ ਸੁਰਤ ਗਹਿਰੀ ਜਾਵੇਗੀ, ਔਰ ਜਿਤਨੀ ਗਹਿਰਾਈ ਵਿੱਚ ਜਾਏਗੀ, ਉਤਨੇ ਰਤਨ ਪਦਾਰਥ ਝੋਲੀ ਵਿੱਚ ਪੈਣਗੇ। ਜੈਸੇ
ਸੰਖ ਤੇ ਸਿੱਪੀਆਂ ਸਾਗਰ ਦੇ ਕਿਨਾਰੇ ਤੇ ਲੱਭ ਜਾਂਦੇ ਨੇ, ਪਰ ਮੋਤੀ ਗਹਿਰੇ ਪਾਣੀ ਵਿੱਚ ਲੱਭਦੇ ਨੇ। ਸਰੀਰ ਵਿੱਚ ਉੱਪਰ ਤਾਂ ਕਾਮ ਹੈ, ਵਾਸ਼ਨਾ ਹੈ, ਜੀਵਨ ਦੇ ਕਿਨਾਰੇ ਤੇ ਐਵੇਂ ਹੀ ਸਿੱਪੀਆਂ ਪਈਆਂ ਨੇ। ਥੋੜਾ ਜਿਹਾ ਮਨ ਦੇ ਅੰਦਰ ਝਾਤ ਮਾਰੀਏ ਤਾਂ ਅਦੁੱਤੀ ਰਤਨ ਪਏ ਨੇ, ਜਿਸ ਤੇ ਮਿਲਦਿਆਂ ਹੀ ਮਨੁੱਖ ਦਾ ਜੀਵਨ ਧੰਨ ਧੰਨ ਹੋ ਜਾਂਦਾ ਹੈ, ਸੰਪੂਰਨ ਹੋ ਜਾਂਦਾ ਹੈ। ਪੀਪਾ ਜੀ ਕਹਿੰਦੇ ਨੇ, ਮੈਂ ਇਸ ਬਹੁਖੰਡੀ ਕਾਇਆ ਦੀ ਬਹੁ ਪ੍ਰਕਾਰ ਨਾਲ ਖੋਜ ਕੀਤੀ ਹੈ ਤੇ 9 ਖਜ਼ਾਨਿਆਂ ਦੀ ਪ੍ਰਾਪਤੀ ਕੀਤੀ ਹੈ। ਪਰਮਾਤਮਾ ਨੇ ਜੋ ਕੁਝ ਬ੍ਰਹਮੰਡ ਵਿੱਚ ਛੁਪਾ ਕੇ ਰੱਖਿਆ ਹੈ, ਉਹੀ ਬਿੰਦ ਵਿੱਚ ਛੁਪਾ ਕੇ ਰੱਖਿਆ ਹੈ। ਜੋ ਪਹਾੜਾਂ ਤੇ ਸਮੁੰਦਰਾਂ ਵਿੱਚ ਛੁਪਾ ਕੇ ਰੱਖਿਆ ਹੈ, ਉਹੀ ਮਤ ਦੇ ਵਿੱਚ ਛੁਪਾ ਕੇ ਰੱਖਿਆ ਹੈ। ਲੱਭਣਾ ਪਏਗਾ ਬਸ ਸਾਨੂੰ। ਗੀਟੀਆਂ ਤੇ ਪੱਥਰ ਪਹਾੜਾਂ ਦੇ ਉੱਪਰ ਹੀ ਲੱਭ ਜਾਣਗੇ, ਪਰ ਸੋਨਾ ਚਾਂਦੀ ਹੀਰਾ ਖੁਦਾਈ ਕਰਕੇ ਲੱਭੇਗਾ। ਗਹਿਰੇ ਤਲ ਵਿੱਚ ਜਾਣਾ ਪਏਗਾ। ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਸਾਰੇ ਪਹਾੜਾਂ ਵਿੱਚ ਸੋਨਾ ਨਹੀਂ ਹੁੰਦਾ, ਸਮੂਹ ਸਾਗਰ ਦੇ ਤਲ ਵਿੱਚ ਮੋਤੀ ਨਹੀਂ, ਪਰ ਜੀਵਨ ਦੇ ਤਲ ਤੇ ਮੋਤੀਆਂ ਮਾਣਕਾਂ ਨਾਲ ਭਰਿਆ ਹੋਇਆ ਹੈ। ਕੋਈ ਵੀ ਮਤ ਇਹਨਾਂ ਰਤਨਾਂ ਨੂੰ ਖਾਲੀ ਨਹੀਂ, ਕੋਈ ਵੀ ਬੰਦਾ ਖਾਲੀ ਨਹੀਂ। ਖੋਜ ਕਰੇ ਤੇ 9 ਨਿਧਾਨ ਝੋਲੀ ਵਿੱਚ ਆ ਕੇ ਪੈਣਗੇ। ਉਹ ਮਿਲਦਿਆਂ ਹੀ ਮਨੁੱਖ ਦੀ ਜ਼ਿੰਦਗੀ ਸੰਪੂਰਨ ਹੋਵੇਗੀ। ਇਸੇ ਮਨ ਦੇ ਅੰਦਰ ਪਰਮਾਤਮਾ ਨਾਮ ਦਾ ਰਤਨ ਹੈ। ਸਬਰ ਸੰਤੋਖ ਪਿਆ ਹੈ, ਨਿਰਵੈਰ ਪਿਆ ਹੈ। ਰੱਬੀ ਗੁਣ ਕੋਈ ਬਾਹਰ ਨਹੀਂ ਨੇ ਤੇ ਨਾ ਹੀ ਬਾਜ਼ਾਰ ਵਿੱਚ ਮਿਲਦੇ ਨੇ, ਨਾ ਹੀ ਕਿਧਰੇ ਬਾਹਰੋਂ ਉਪਲਬਧ ਹੋ ਸਕਦੇ ਨੇ। ਇਹ ਤਮਾਮ ਦੇਵੀ ਸੰਪਦਾ ਜੀਵਨ ਦੇ ਅੰਦਰ ਪਈ ਹੈ, ਔਰ ਇਹ ਅਵਸਰ ਬੰਦਾ ਆਪਣੇ ਹੱਥੋਂ ਗਵਾ ਬੈਠਦਾ ਹੈ। ਜੀਵਨ ਦਾ ਅੰਤ ਹੋ ਜਾਂਦਾ ਹੈ, ਪਰ ਜੀਵਨ ਦੀ ਖੁਦਾਈ ਨਹੀਂ ਕਰਦਾ, ਮਤ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਨਹੀਂ ਕਰਦਾ। ਮਨੁੱਖ ਦੀ ਮਤ ਦਾ ਐਸਾ ਪ੍ਰਕਾਸ਼ ਰੱਖਦੀ ਹੈ ਜੋ ਪਰਮਾਤਮਾ ਦਾ ਹੀ ਪ੍ਰਕਾਸ਼ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਦੇ ਇੱਕ ਹਿੱਸੇ ਨੂੰ ਹੀ ਮਤ ਕਹਿੰਦੇ ਨੇ। ਜਦ ਵਿਚਾਰਾਂ ਤੇ ਫੁਰਨਿਆਂ ਦੀ ਜ਼ਿੰਦਗੀ ਸ਼ੁਰੂ ਹੋਵੇ ਉਦੋਂ ਮਤ ਹੈ, ਔਰ ਜਦ ਗਹਿਰੇ ਤਲ ਵਿੱਚ ਕਿਸੇ ਨੂੰ ਯਾਦ ਕਰ ਰਹੇ ਹੋਵੇ ਤਾਂ ਮਨ ਚਿੱਤ ਬਣ ਜਾਂਦਾ ਹੈ। ਇਹ ਠੀਕ ਹੈ ਕਿ ਜੇ ਤਨ ਦੀ ਖੋਜ ਕਰਾਂਗੇ, ਖੂਨ ਮਾਸ ਹੱਡੀਆਂ ਮਿੱਝ, ਇਸ ਤੋਂ ਬਿਨਾਂ ਹੋਰ ਕੁਝ ਨਹੀਂ ਮਿਲੇਗਾ। ਤਨ ਦੇ ਜਿਤਨੇ ਵੀ ਗਹਿਰੇ ਤਲ ਤੇ ਚਲੇ ਜਾਈਏ, ਮਾਸ ਤੋਂ ਬਿਨਾਂ, ਦੁਰਗੰਧ ਤੋਂ ਬਿਨਾਂ, ਖੂਨ ਤੋਂ ਬਿਨਾਂ, ਵਿਸ਼ਟਾ ਤੋਂ ਬਿਨਾਂ, ਮਿੱਝ ਤੋਂ ਬਿਨਾਂ ਹੋਰ ਕੁਝ ਪ੍ਰਾਪਤ ਨਹੀਂ ਹੁੰਦਾ, ਕੁਝ ਹੱਥ ਨਹੀਂ ਲੱਗੇਗਾ। ਤੇ ਸਾਹਿਬ ਤਨ ਵਿੱਚੋਂ ਖੋਜਣ ਲਈ ਕਹਿ ਵੀ ਨਹੀਂ ਰਹੇ, ਮਨ ਨੂੰ ਖੋਜੋ। ਜੈਸੇ ਖੋਜ ਕੇ 9 ਨਿਧਾਨ ਲੱਭ ਜਾਣਗੇ, ਪ੍ਰਾਪਤੀ ਹੋ ਜਾਏਗੀ, ਵੈਸੇ ਹੀ ਬੰਦਾ ਸੁਖੀ ਹੋ ਜਾਏਗਾ। 6ਵੀਂ ਪੌੜੀ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਮੂਲ ਸੰਦੇਸ਼ ਇਹੀ ਹੈ। ਅੱਗੇ ਪਾਤਸ਼ਾਹ ਕਹਿੰਦੇ ਨੇ, ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰੂ ਕੋਲੋਂ ਤੇ ਦਰਅਸਲ ਅਸੀਂ ਸੂਝ ਬੂਝ ਹੀ ਲੈਣੀ ਹੈ। ਗੁਰੂ ਦੀ ਲੋੜ ਕਿਉਂ ਹੈ? ਕੁਛ ਸੂਝ ਮਿਲੇ, ਕੁਛ ਬੂਝ ਮਿਲੇ। ਸੰਸਾਰ ਦੀ ਸੂਝ ਤੇ ਸੰਸਾਰ ਤੋਂ ਲੈ ਲੈਂਦੇ ਹਾਂ, ਬਾਹਰੋਂ ਲੈ ਲੈਂਦੇ ਹਾਂ। ਧਨ ਕੀ ਹੈ, ਰੂਪ ਕੀ ਹੈ, ਰੰਗ ਕੀ ਹੈ, ਪਦਾਰਥ ਕੀ ਹੈ, ਇਹ ਸੂਝ ਸਾਨੂੰ ਮਿਲ ਜਾਂਦੀ ਹੈ ਬਾਹਰ ਸੰਸਾਰ ਤੋਂ, ਮਾਂ-ਬਾਪ ਤੋਂ ਮਿਲ ਜਾਂਦੀ ਹੈ, ਪਰਿਵਾਰ ਤੋਂ ਮਿਲ ਜਾਂਦੀ ਹੈ, ਸੰਸਾਰ ਤੋਂ ਮਿਲ ਜਾਂਦੀ ਹੈ। ਪਰ ਉਹਨਾਂ ਰਤਨਾਂ ਦੀ ਬੂਝ ਜੋ ਮਨੁੱਖ ਦੇ ਅੰਦਰ ਅੰਤਰ ਆਤਮੇ ਪਏ ਨੇ, ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਇਸ ਵਾਸਤੇ ਧਾਰਮਿਕ ਦੁਨੀਆ ਵਿੱਚ ਗੁਰੂ ਦੀ ਬਹੁਤ ਮਹਾਨਤਾ ਹੈ ਤੇ ਗੁਰੂ ਨਾਨਕ ਜੀ ਨੇ ਇਸ ਮਾਰਗ ਨੂੰ ਜਨਮ ਦਿੱਤਾ ਹੈ, ਔਰ ਉਸ ਮਾਰਗ ਦਾ ਨਾਮ ਹੈ ਗੁਰਮਤ, ਔਰ ਇਹਦਾ ਨਾਂ ਹੀ ਗੁਰਮਤ ਪੈ ਗਿਆ। ਗੁਰੂ ਤੋਂ ਮਿਲੇ ਬਿਨਾਂ ਪ੍ਰਭੂ ਤੱਕ ਪਹੁੰਚਣਾ ਬਹੁਤ ਔਖਾ ਹੈ। ਗੁਰੂ ਮਾਰਗ ਇਹ ਰਸਤਾ ਦੱਸਦਾ ਹੈ। ਇਸ ਵਾਸਤੇ ਇਸ ਮਾਰਗ ਦਾ ਨਾਮ ਹੀ ਪੈ ਗਿਆ ਗੁਰੂ ਪੰਥ। ਔਰ ਪੰਥ ਜੋ ਗੁਰੂ ਨੇ ਸੰਵਾਰਿਆ ਹੈ, ਸ਼ਿੰਗਾਰਿਆ ਹੈ, ਸੋ ਗੁਰੂ ਤੋਂ ਮੰਗਣਾ ਕੀ ਹੈ? ਮਨ ਅਮੰਗਤਾ ਹੋ ਨਹੀਂ ਸਕਦਾ ਤੇ ਆਪਾਂ ਮੰਗਣਾ ਕੀ ਹੈ? ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵੱਡਾ ਭਰਾ ਛੋਟੇ ਨੂੰ ਭੁੱਲ ਜਾਵੇ ਤੇ ਛੋਟਾ ਭਰਾ ਵੱਡੇ ਨੂੰ ਭੁੱਲ ਜਾਵੇ, ਇਹ ਕਿਵੇਂ ਹੋ ਸਕਦਾ ਹੈ? ਜਦੋਂ ਸੰਬੰਧ ਟੁੱਟ ਗਏ। ਮਾਂ ਬੱਚੇ ਨੂੰ ਭੁੱਲ ਗਈ ਹੈ, ਬੱਚੇ ਨਾਲ ਸੰਬੰਧ ਟੁੱਟ ਗਿਆ ਹੈ। ਮਿੱਤਰ ਮਿੱਤਰਾਂ ਨੂੰ ਭੁੱਲ ਗਏ ਨੇ ਤੇ ਸੰਬੰਧ ਟੁੱਟ ਗਿਆ ਹੈ। ਜਗਤ ਦੇ ਤਮਾਮ ਸੰਬੰਧ ਯਾਦ ਤੇ ਖੜੇ ਨੇ, ਚੇਤੇ ਤੇ ਖੜੇ ਨੇ। ਘਰ ਵਿੱਚ ਜੋ ਪਦਾਰਥ ਪਿਆ ਹੈ ਉਹਦੇ ਨਾਲ ਵੀ ਸੰਬੰਧ ਟੁੱਟ ਜਾਂਦਾ ਹੈ ਯਾਦ ਕਰਕੇ। ਚੇਤੇ 'ਚੋਂ ਪਦਾਰਥ ਨਿਕਲ ਗਿਆ ਤੇ ਭਾਵੇਂ ਹੈ ਉਹ ਪਦਾਰਥ, ਲੇਕਿਨ ਫਿਰ ਵੀ ਨਹੀਂ ਹੈ ਸਾਡੇ ਵਾਸਤੇ। ਚਿੱਤ 'ਚੋਂ ਨਿਕਲ ਗਿਆ ਜਾਂ ਯਾਦ 'ਚੋਂ ਨਿਕਲ ਗਿਆ ਤੇ ਸੰਬੰਧ ਟੁੱਟ ਗਿਆ।
ਵੱਡੇ ਤੋਂ ਵੱਡਾ ਰਿਸ਼ਤਾ ਵੀ ਯਾਦ ਤੇ ਖੜਾ ਹੈ। ਜਿਸ ਨੂੰ ਜ਼ਿਆਦਾ ਯਾਦ ਕਰੀਏ ਉਤਨਾ ਗਹਿਰਾ ਸੰਬੰਧ ਜੁੜਦਾ ਹੈ। ਪਰਮਾਤਮਾ ਤੇ ਸਰਵ ਵਿਆਪਕ ਹੈ ਔਰ ਇਸ ਨਾਲ ਸੰਬੰਧ ਯਾਦ ਕਰਕੇ ਹੀ ਜੁੜ ਸਕਦਾ ਹੈ। ਮਨੁੱਖ ਕੋਈ ਕੋਲ ਬੈਠਾ ਹੈ ਤੇ ਅਸੀਂ ਵੀ ਉਹਦੇ ਕੋਲ ਬੈਠੇ ਹਾਂ, ਤੇ ਅਸੀਂ ਹੁਣ ਸਾਨੂੰ ਕੋਈ ਪੁੱਛੇ ਕਿ ਜਿਹੜਾ ਤੇਰੇ ਕੋਲ ਬੈਠਾ ਹੈ ਇਹ ਕੌਣ ਹੈ, ਤੁਹਾਡਾ ਕੀ ਲੱਗਦਾ ਹੈ, ਤੇ ਜੇ ਮਨੁੱਖ ਬੋਲ ਪੈਂਦਾ ਹੈ ਇਹ ਤਾਂ ਕੋਈ ਦੂਰ ਦਾ ਜਾਪਦਾ ਹੈ। ਤੇ ਦੂਰੀ ਤੇ 2 ਫਿੱਟ ਦੀ ਹੀ ਹੈ। ਤੇ ਇੱਕ ਐਸਾ ਮਨੁੱਖ ਵੀ ਹੁੰਦਾ ਹੈ ਜਿਹੜਾ ਕੋਈ 5000 ਮੀਲ ਦੂਰ ਬੈਠਾ ਹੈ, ਤੇ ਜੈਸੇ ਹੀ ਉਹਦਾ ਨਾਮ ਲਈਏ ਤੇ ਇੱਕਦਮ ਸੁਣਨ ਵਾਲਾ ਖਿੜ ਗਿਆ, ਪ੍ਰਸੰਨ ਹੋ ਗਿਆ ਤੇ ਕਹਿਣ ਲੱਗ ਗਿਆ ਉਹ ਸਾਡੇ ਨੇੜੇ ਦਾ ਹੈ। 5000 ਮੀਲ ਦੂਰੀ ਤੋਂ ਰਹਿਣ ਵਾਲਾ ਨੇੜੇ ਦਾ ਹੈ, ਕੋਲ ਬੈਠਾ ਹੋਇਆ ਦੂਰ ਦਾ ਹੈ। ਇਸੇ ਤਰੀਕੇ ਨਾਲ ਪਰਮਾਤਮਾ ਵੀ ਬਹੁਤ ਸਾਡੇ ਨਿਕਟ ਹੈ। ਇਸ ਕਰਕੇ ਜਿਹੜੀ ਦੂਰੀ ਹੁੰਦੀ ਹੈ ਇਹ ਕੋਈ ਸਥਾਨਕ ਦੂਰੀ ਨਹੀਂ ਹੁੰਦੀ, ਇਹ ਯਾਦ ਦੀ ਦੂਰੀ ਹੁੰਦੀ ਹੈ। ਜਿਹੜਾ ਬੰਦੇ ਦੇ ਜ਼ਿਆਦਾ ਨੇੜੇ ਹੈ ਉਹ ਦੂਰ ਹੋ ਕੇ ਵੀ ਸਾਨੂੰ ਨੇੜੇ ਲੱਗਦਾ ਹੈ, ਤੇ ਕਈ ਵਾਰੀ ਕੋਲ ਬੈਠਾ ਹੋਇਆ ਦੂਰ ਤਾਂ ਲੱਗਦਾ ਹੈ, ਕਿਉਂਕਿ ਸਥਾਨਕ ਦੂਰੀ ਤੇ ਮੈਟਰ ਹੀ ਨਹੀਂ ਕਰਦੀ। ਗੱਲ ਇਹ ਸਾਰੀ ਦਿਲ ਦੀ, ਜਿਹੜਾ ਦਿਲ ਦੇ ਨੇੜੇ ਹੈ ਉਹ ਤੁਹਾਨੂੰ ਜਿਹੜਾ ਚੇਤੇ ਵਿੱਚ ਹੈ ਉਹੀ ਯਾਦ ਰਹੇਗਾ। ਤੇ ਪਰਮਾਤਮਾ ਨੂੰ ਵੀ ਅਸੀਂ ਆਪਣੇ ਦਿਲ ਦੇ ਨੇੜੇ ਰੱਖਣਾ ਹੈ। ਭਗਤ ਰਵਿਦਾਸ ਜੀ ਵੀ ਕਹਿੰਦੇ ਨੇ, ਹਾਥ ਪੇ ਨਹਿਰੇ ਸਹਿਜੇ ਹੋਏ ਸੁਪਾਈ। ਇਹ ਹੱਥ ਵੀ ਦੂਰ ਹੋ ਸਕਦਾ ਹੈ ਪਰ ਉਹ ਤੇ ਸਾਡੇ ਰੋਮ ਰੋਮ ਵਿੱਚ ਹੈ। ਉਹ ਕਹਿੰਦੇ ਨੇ ਦੂਰ ਕਿਉਂ ਹੈ, ਯਾਦ ਵਿੱਚ ਨਹੀਂ। ਇਸ ਵਾਸਤੇ ਕੋਲ ਹੁੰਦਾ ਹੋਇਆ ਵੀ ਦੂਰ ਹੈ। ਬੰਦੇ ਨੇ ਤੇ ਕਈ ਵਾਰ ਕਹਿ ਦਿੱਤਾ ਹੈ ਉਹ ਤੇ ਜੀ ਰੱਬ ਤੇ ਜੀ 7ਵੇਂ ਅਸਮਾਨ ਵਿੱਚ ਹੈ, 7ਵੇਂ ਪਤਾਲ ਵਿੱਚ ਹੈ। ਦਰਅਸਲ ਜਿਹਦੇ ਨਾਲ ਕੋਈ ਸੰਬੰਧ ਨਹੀਂ, ਜਿਸ ਨਾਲ ਕੋਈ ਯਾਦ ਦਾ ਰਿਸ਼ਤਾ ਨਹੀਂ, ਉਹ ਤੇ ਦੂਰ ਹੀ ਰਹੇਗਾ। ਤੇ ਜਿਸ ਦਿਨ ਪਰਮਾਤਮਾ ਦੀ ਯਾਦ ਅੰਦਰ ਚੱਲ ਪੈਂਦੀ ਹੈ, ਗੁਰੂ ਇਹ ਬੂਝ ਬੁਝਾ ਦਿੰਦਾ ਹੈ ਸਾਨੂੰ, ਤੇ ਉਹ ਤੇ ਤੇਰੇ ਵਿੱਚ ਹੈ। ਤੇ ਇਹ ਸੂਝ-ਬੂਝ ਅਰਦਾਸ ਕਰਕੇ ਹੀ ਮੰਗ ਸਕਾਂਗੇ ਗੁਰੂ ਤੋਂ ਹੀ। ਇਹੀ ਅਰਦਾਸ ਕਰਕੇ ਸਾਨੂੰ ਮੰਗਣਾ ਚਾਹੀਦਾ ਹੈ। ਤੇ ਇਹ ਸੀ ਜੀ ਜਪਜੀ ਸਾਹਿਬ ਦੀ 6ਵੀਂ ਪੌੜੀ ਦੀ ਵਿਆਖਿਆ। ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਣ ਭਾਣੇ ਕੇ ਨਾਈ ਕਰੀ। ਜੇਤੀ ਸਿਰਠ ਉਪਾਈ ਵੇਖਾਂ, ਵਿਨ ਕਰਮਾ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ।